एंड ना 1 to 5 ले लिया मैं। बड़ा शौक सी 1 to 5 ਦਾ ਕਿ ਯਾਰ 1 to 5 ਕਾਲਾ ਜਾਂ ਲਾਲ? ਬਲੈਕ ਕਲਰ। ਅੱਛਾ। ਉਹ ਕਹਿੰਦਾ ਮੈਂ ਤੇ ਕਬਾੜ 'ਚ 5000 ਦਾ ਵੇਚ ਆਇਆ। ਜਿਹੜਾ 5000 ਦਾ ਵੇਚਿਆ ਤੇ ਕਿੰਜ ਦਾ ਹੋਣਾ ਮੈਨੂੰ ਅੰਦਾਜ਼ਾ ਲੱਗ। ਮੋਟਰਸਾਈਕਲ ਵੀ ਮੈਂ ਤੁਹਾਨੂੰ ਦੱਸਾਂ ਮੇਰੀ ਇੰਜ ਦੀ ਸੀਗੀ। ਮੇਰਾ ਪਹਿਲੀ ਵਾਰੀ ਮੇਰਾ ਨਾਮ ਆਇਆ ਨਾ ਜਿਹਨੇ ਮੋਢੇ ਤੇ ਰੱਖ ਕੇ ਖੜਨਾ ਗੱਲ ਤਾਂ ਸੁਣੋ ਮੈਂ ਤੁਹਾਨੂੰ ਦੱਸਦਾ। ਮੇਰਾ ਨਾ ਨਾਮ ਆਇਆ ਪਹਿਲੀ ਦਫਾ ਫੈਸਲਾਬਾਦ ਦੀ ਟੀਮ 'ਚ ਕਰਾਚੀ ਟੂਰਨਾਮੈਂਟ ਹੋਇਆ ਸੀ। ਤੁਹਾਨੂੰ ਯਾਦ ਹੋਵੇ ਉਸ ਮੈਚ 'ਚ ਫੀਸ ਨੇ 100 ਕੀਤਾ ਸੀ ਜਦੋਂ ਫੀਸ ਭਾਈ ਦਾ ਕਮ ਬੈਕ ਹੋਇਆ ਸੀ ਆਸਟ੍ਰੇਲੀਆ ਟੂਰ ਤੇ। ਬਿਲਕੁਲ ਠੀਕ। ਉਸ ਟੂਰਨਾਮੈਂਟ 'ਚ ਮੈਂ ਨਾਲ ਸੀ ਪਰ ਮੈਂ ਮੈਚ ਕੋਈ ਨਹੀਂ ਖੇਲਿਆ ਸੀ। ਅਸੀਂ ਫਾਈਨਲ ਹਰੇ ਸੀ ਸਿਆਲਕੋਟ ਕੋ। ਉਹ ਮੈਨੂੰ ਫਸਟ ਟਾਈਮ ਮੈਨੂੰ 55000 ਦਾ ਚੈੱਕ ਮਿਲਿਆ ਸੀ ਰਨਰ ਅਪ ਦਾ। ਉਦੋਂ ਮੇਰੀ 5000 ਸੈਲਰੀ ਹੁੰਦੀ ਸੀ। ਰਾਤੀ ਨੀਂਦ ਨਹੀਂ ਆਈ ਹੋਣੀ। ਮੈਂ ਕਿਹਾ ਯਾਰ ਇੰਨੇ ਬੜੇ ਪੈਸੇ ਮੈਂ ਕਿੱਥੇ ਰੱਖਾਂ ਯਾਰ ਇੰਨੇ ਬੜੇ ਪੈਸੇ। ਹੁਣ ਚੈੱਕ ਲੈ ਕੇ ਆਇਆ ਮੈਨੂੰ ਰੀਜਨ ਨੇ ਦਿੱਤਾ। ਮੈਂ ਜੇਬ 'ਚ ਪਾ ਕੇ ਤੇ ਰਾਤ ਜੇਬ 'ਚ ਪਾ ਕੇ ਸੁੱਤਾ ਕਿਤੇ ਗਵਾਚ ਹੀ ਨਾ ਜਾਵੇ ਮੈਂ। ਠੀਕ ਹੈ। ਅੱਛਾ ਮੈਂ ਫਿਰ ਨਾ ਕਿਤੇ ਦੂਸਰੇ ਟੂਰਨਾਮੈਂਟ 'ਚ ਵੀ ਨਾਮ ਆਇਆ ਮੈਂ ਚਲੇ ਗਿਆ। ਤੇ ਮੈਂ ਉਸ ਤੋਂ ਪਹਿਲੇ ਜਾਣ ਤੋਂ ਪਹਿਲੇ ਨਾ ਇੱਕ ਚੱਲਦੀ ਸੈਕਿੰਡ ਹੈਂਡ ਨਾ 1 to 5 ਲੈ ਲਿਆ ਮੈਂ। ਬੜਾ ਸ਼ੌਕ ਸੀ 1 to 5 ਦਾ ਕਿ ਯਾਰ 1 to 5 ਕਾਲਾ ਜਾਂ ਲਾਲ? ਬਲੈਕ ਕਲਰ। ਅੱਛਾ। ਉਹ ਮੈਂ ਚੱਲਦਾ ਲੈ ਲਿਆ 50000 ਰੁਪਏ ਦਾ। ਤੇ ਉਹ ਮੈਂ ਗਿਆ ਹੁਣ ਮੈਚ ਖੇਲਣ ਤੇ ਮੈਂ 5-6 ਦਿਨ ਬਾਅਦ ਆਇਆ ਤੇ ਮੈਂ ਪੁੱਛਿਆ ਉਹ ਯਾਮਾ ਹੁੰਦਾ ਸੀ ਪਹਿਲੇ ਜਿਹਦੇ ਤੋਂ ਮੈਂ ਟੁੱਟਾ ਜਿੱਥੇ ਦਿਲ ਕਰਦਾ ਸੀ ਬੰਦ ਹੋ ਜਾਂਦਾ ਸੀ। ਚੱਲਦਾ ਚੱਲਦਾ ਹੀ ਬੰਦ ਹੋ ਜਾਂਦਾ ਸੀ। ਤੇ ਮੈਂ ਪੁੱਛਿਆ ਆਪਣੇ ਵੱਡੇ ਭਰਾ ਨੂੰ ਮੈਂ ਕਿਹਾ ਯਾਰ ਉਹ ਯਾਮਾ ਕਿੱਥੇ ਗਿਆ? ਉਹ ਕਹਿੰਦਾ ਮੈਂ ਤੇ ਕਬਾੜ 'ਚ 5000 ਦਾ ਵੇਚ ਆਇਆ। ਜਿਹੜਾ 5000 ਦਾ ਵੇਚਿਆ ਤੇ ਕਿੰਜ ਦਾ ਹੋਣਾ ਮੈਨੂੰ ਅੰਦਾਜ਼ਾ ਲੱਗ। ਸਿਆਣਾ ਦਾ ਸਾਈਕਲ ਹੀ ਹੋਣਾ। ਤੇ ਮੈਂ ਕਿਹਾ ਯਾਰ ਉਹਨੇ ਬੜੇ ਮੁਸ਼ਕਲ ਟਾਈਮ ਤੇ ਸਾਥ ਦਿੱਤਾ। ਤੂੰ ਯਾਰ 5000 ਚ ਵੇਚ ਆਇਆ। ਉਹ ਕਹਿੰਦਾ ਯਾਰ ਐਵੇਂ ਦਰਵਾਜ਼ੇ 'ਚ ਪਿਆ ਰਸਤਾ ਵੀ ਬੰਦ ਕੀਤਾ ਤੇ ਮਿੱਟੀ ਘੱਟਾ ਵੀ ਪਿਆ ਰਹਿੰਦਾ। ਮੈਂ ਕਿਹਾ ਤੈਨੂੰ ਕੀ ਉਹਦੀ ਕਦਰ ਦਾ ਪਤਾ। ਤੇ ਉਹ ਦਰਅਸਲ ਉਹ ਮੇਰੇ ਖਿਆਲ ਨਾਲ ਯਾਮਾ ਉਹ ਸੀ ਕਿ ਜਦੋਂ ਕਹਿੰਦੇ ਨਹੀਂ ਕਿ ਇੱਕ ਪਿੰਡ 'ਚ ਕਿਸੇ ਨੇ ਸਾਈਕਲ ਲਿਆ ਪੁਰਾਣੇ ਜ਼ਮਾਨੇ ਜਦੋਂ ਪੂਰਾ ਪਿੰਡ ਇਕੱਠਾ ਹੋਇਆ ਤੇ ਵੇਖਣ ਆਇਆ ਸਾਈਕਲ ਲਿਆ ਯਾਰ ਚੌਧਰੀਆਂ ਨੇ। ਉਹ ਯਾਮਾ ਸੀ ਮੇਰੇ ਦਾਦਿਆਂ ਨੇ ਲਿਆ ਸੀ। ਤੇ ਦਾਦਾ ਜੀ ਕਹਿੰਦੇ ਸੀ ਕਿ ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰੋਂ ਬੰਦੇ ਵੇਖਣ ਆਏ ਸੀ ਕਿ ਯਾਮਾ ਇਹਨਾਂ ਨੇ ਲਿਆ ਯਾਰ ਗੱਡੀ। ਉਹ ਪਤਾ ਨਹੀਂ 84 ਮਾਡਲ ਕਿਹੜਾ ਮਾਡਲ ਸੀਗਾ। ਤੇ ਕਹਿਣ ਦਾ ਮਤਲਬ ਕਿ ਉਹ ਸੀ। ਤੇ ਵਾਲਦ ਸਾਹਿਬ ਵੀ ਮੇਰੇ ਭਰਾ ਨੂੰ ਕਹਿ ਰਹੇ ਸੀ ਯਾਰ ਤੂੰ ਚੱਲ ਖੜਾ ਰਹਿੰਦਾ ਨਾ ਕੋਈ ਚਲਾਉਂਦਾ। ਇੱਕ ਕਿੰਨੀ ਗੱਡੀ ਲੈ ਲਈ 1 to 5 ਫਿਰ ਉਹਦੇ ਤੇ ਮੈਚ ਮੂਚ ਖੇਲਣ ਜਾਣਾ ਸਾਂ। ਫਿਰ ਮੈਂ ਤੁਹਾਨੂੰ ਦੱਸਣਾ ਹੈ ਕਿ ਮੈਂ ਨਾ ਸੂਈ ਗੈਸ 'ਚ ਮੈਨੂੰ ਨਾ ਮਿਸਬਾ ਭਾਈ ਨੇ ਲਿਆ ਵਨ ਡੇ 'ਚ। ਉਹ ਤੁਹਾਨੂੰ ਪਤਾ ਵਨ ਡੇ ਤਕਰੀਬਨ 25 ਦਿਨ ਚੱਲਦਾ ਹੈ। ਮੈਂ ਨਾ ਛੁੱਟੀ ਕੰਮ ਤੋਂ ਛੁੱਟੀਆਂ ਕਰ ਮੈਂ ਦੱਸਿਓ ਬਗੈਰ ਹੀ ਨਾ ਮੇਰੇ ਦੋਸਤ ਸੀ ਉਹਨਾਂ ਨੂੰ ਪਤਾ ਸੀ ਕਿ ਇਸ ਤਰ੍ਹਾਂ ਦਾ ਨਾਮ ਆਇਆ ਹੈ ਪਾਕਿਸਤਾਨ ਸੂਈ ਗੈਸ 'ਚ ਤੇ ਗਿਆ ਹੈ। ਖੈਰ ਮੈਂ ਜਦੋਂ ਆਇਆ ਵਨ ਡੇ ਟੂਰਨਾਮੈਂਟ ਤੋਂ ਬਾਅਦ ਤੇ ਮੈਂ ਕੰਮ ਤੇ ਗਿਆ ਤੇ ਮੈਨੂੰ ਮਾਲਕ ਕਹਿੰਦਾ ਹੈ ਕਿ ਯਾਰ ਤੂੰ ਇੰਨੇ ਦਿਨ ਮਹੀਨੇ ਬਾਅਦ ਆਇਆ ਕੰਮ ਤੇ ਤੂੰ ਕਿੱਥੇ ਰਿਹਾ? ਮੈਂ ਕਿਹਾ ਜੀ ਮੈਂ ਇਸ ਤਰ੍ਹਾਂ ਮੇਰਾ ਨਾਮ ਮੈਂ ਕ੍ਰਿਕਟ ਖੇਡਦਾ ਵਾਂ। ਮੈਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਮੇਰਾ ਨਾਮ ਆਇਆ ਇੱਕ ਲੈਵਲ 'ਤੇ ਪਾਕਿਸਤਾਨ ਸੂਈ ਗੈਸ SNGPL 'ਚ ਜਿਹਦੇ 'ਚ ਮਿਸਬਾ ਹਫੀਜ਼ ਵਗੈਰਾ ਖੇਡਦੇ ਨੇ। ਕਹਿੰਦੇ ਜੀ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਪ੍ਰਾਈਵੇਟ ਕਹਿੰਦੇ ਪ੍ਰਾਈਵੇਟ ਅਦਾਰਾ ਵਾ ਇਹਦੇ 'ਚ ਅਸੀਂ ਅਫੋਰਡ ਨਹੀਂ ਕਰ ਸਕਦੇ ਤੇ ਲਿਹਾਜ਼ਾ ਜਾਂ ਤਾਂ ਤੁਸੀਂ ਕ੍ਰਿਕਟ ਖੇਡ ਲਓ ਜਾਂ ਕੰਮ ਕਰ ਲਓ। ਮੈਂ ਫਿਰ ਉਹਨੂੰ ਕਿਹਾ ਕੁਛ ਮਜਬੂਰੀਆਂ ਵੀ ਸੀ ਜੋਬ ਜ਼ਰੂਰੀ ਸੀ। ਫਿਰ ਮੈਂ ਉਹਨੂੰ ਕਿਹਾ ਕਿ ਸਰ ਮੈਨੂੰ ਇੱਕ ਅੱਧੇ ਦਿਨ ਦਾ ਟਾਈਮ ਦੇ ਦਿਓ ਮੈਨੂੰ ਕੱਢੋ ਨਾ ਮੈਨੂੰ ਇੱਕ ਅੱਧੇ ਦਿਨ ਦਾ ਟਾਈਮ ਦੇ ਦਿਓ ਮੈਂ ਤੁਹਾਨੂੰ ਕਨਫਰਮ ਕਰ ਦਾਂਗਾ। ਤੇ ਮੈਂ ਫਿਰ ਘਰ ਆਇਆ ਮੈਂ ਇੱਕ ਦਿਨ ਲੇਟਿਆ ਮੈਂ ਸੋਚ ਰਿਹਾ ਮੈਂ ਕਿਹਾ ਯਾਰ ਮੇਰਾ ਦਿਲ ਕਹਿੰਦਾ ਸੀ ਕਿ ਯਾਰ ਮੈਂ ਕ੍ਰਿਕਟ ਖੇਡਣਾ ਹੈ। ਅਗਰ ਮੈਂ ਉਹਨਾਂ ਦੇ ਨਾਲ ਗਿਆ ਜਿਨ੍ਹਾਂ ਨੇ ਦੁਨੀਆ ਨੂੰ ਅੱਗੇ ਲਾਇਆ ਹੈ ਮਿਸਬਾ ਭਾਈ ਹੋਣੀ ਉਹਨਾਂ ਨੇ ਅੱਗੇ ਲਾਇਆ ਹੈ। ਤੇ ਮੈਂ ਕਿਹਾ ਯਾਰ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ ਹੈ ਮਤਲਬ ਆਪਣੀ ਟੀਮ 'ਚ ਲਿਆ ਤੇ ਮੇਰੇ 'ਚ ਕੁਛ ਹੈ ਤੇ ਕੀਤਾ ਹੈ। ਤੇ ਮੇਰਾ ਦਿਲ ਕਹਿੰਦਾ ਸੀ ਮੈਂ ਕ੍ਰਿਕਟ ਖੇਲਾਂ। ਉਹ ਫਿਰ ਮੈਨੂੰ ਫੀਲ ਹੋ ਰਿਹਾ ਸੀ ਕਿ ਮੇਰਾ ਦਿਲ ਕਹਿ ਰਿਹਾ ਸੀ ਕਿ ਯਾਰ ਮੈਂ ਨਾ ਕ੍ਰਿਕਟ ਖੇਲਾਂ। ਫਿਰ ਮੈਂ ਉਹਨਾਂ ਨੂੰ ਕਿਹਾ ਸਰ ਸੌਰੀ ਮੈਂ ਕ੍ਰਿਕਟ ਖੇਡ ਸਕਦਾ ਅਗਰ ਤੁਸੀਂ ਅਫੋਰਡ ਕਰ ਸਕਦੇ ਹੋ ਮੈਂ ਆਪਣਾ ਕੰਮ ਰਾਤ ਲਾ ਕੇ ਵੀ ਚੱਲ ਜਾਇਆ ਕਰੂੰਗਾ। ਜਿਸ ਦਿਨ ਮੇਰਾ ਮੈਚ ਹੋਵੇ ਮੈਂ ਲੇਟ ਗਏ ਮੈਨੂੰ ਪੈਸੇ ਨਾ ਦਿਆ ਕਰੋ ਮੈਂ ਲੇਟ ਗਏ ਓਵਰ ਟਾਈਮ ਲਾ ਕੇ ਚੱਲ ਜਾਇਆ ਕਰਾਂਗਾ। ਤੇ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ। ਮੈਂ ਕਿਹਾ ਠੀਕ ਹੈ ਸਰ ਕੋਈ ਮਸਲਾ ਨਹੀਂ। ਫਿਰ ਮੈਂ ਕੰਮ ਛੋੜ ਦਿੱਤਾ। ਥੋੜ੍ਹੇ ਦਿਨ ਫਿਰ ਮੈਂ ਟੇਪ ਬਾਲ ਖੇਲ ਕੇ ਪੈਸੇ ਕਮਾਣੇ 1000 ਰੁਪਇਆ ਦੇ ਦਿੱਤਾ ਕਿਸੇ ਨੇ 1500 ਇਸ ਤਰ੍ਹਾਂ ਕਰਕੇ ਨਾ। ਤੇ ਮੈਨੂੰ ਨਾ ਉਹ ਮਜ਼ਾ ਨਹੀਂ ਆਉਂਦਾ ਸੀ ਕਿ ਯਾਰ ਇਹ 'ਚ ਮਜ਼ਾ ਨਹੀਂ ਆਉਂਦਾ ਕੁਛ ਵੱਡਾ ਕਰਨਾ ਚਾਹੀਦਾ ਯਾਰ। ਫਿਰ ਮੈਨੂੰ ਨਾ ਤੁਹਾਡੇ ਸਰਗੋਦੇ ਦਾ ਹੀ ਅਸਦ ਭਾਈ ਮਿਲੇ ਮੈਨੂੰ ਇੱਕ ਟੇਪ ਬਾਲ ਦੇ ਮੈਚ 'ਤੇ ਮਿਲੇ।
ਉਹ ਮੈਂ ਆਰਾਮ ਨਾਲ ਉਹਨੂੰ ਇੰਝ ਹੀ ਛਿੱਕੇ ਮਾਰਿਆ ਸਾਂ ਅਸਦ ਭਾਈ ਨੂੰ। ਇਸ ਤਰ੍ਹਾਂ ਅਸਦ ਭਾਈ ਨੇ ਮੇਰੇ ਕੋਲ ਛਿੱਕਾ ਖਾਧਾ ਹੈ ਤੇ ਅਗਲੀ ਬੋਲ ਇੰਨੀ ਕੁ ਤੇਜ਼ ਕੀਤੀ ਹੈ ਕਿ ਮੈਨੂੰ ਵਿਕਟ 'ਤੇ ਗੇਂਦ ਲੱਗ ਗਿਆ ਤੇ ਉਦੋਂ ਪਤਾ ਲੱਗਾ ਮੈਂ ਬੋਲਡ ਹੋ ਗਿਆ। ਖੈਰ ਮੈਂ ਬਾਹਰ ਆਇਆ ਤੇ ਉਹਨਾਂ ਨੇ ਮੈਨੂੰ ਬੁਲਾਇਆ ਕਿ ਉਦੋਂ ਮੈਂ ਕੈਂਪ 'ਚ ਸੀ ਫੈਸਲਾਬਾਦ ਦੇ, ਮੈਂ ਖੇਡਿਆ ਨਹੀਂ ਸੀ ਉਦੋਂ, ਸਿਰਫ ਕੈਂਪ ਕੀਤਾ ਸੀ। ਮੈਂ 250 ਕੀਤੇ ਸੀ ਉਹਨਾਂ ਦੇ ਨਾਲ। ਮੈਨੂੰ ਕਹਿੰਦੇ ਕਿ ਯਾਰ ਅਸਲ ਗੱਲ ਸੁਣ। ਮੈਂ ਕਿਹਾ ਹਾਂਜੀ। ਕਹਿੰਦੇ ਯਾਰ ਮੈਂ ਤੈਨੂੰ ਕੈਂਪ 'ਚ ਦੇਖਿਆ ਸੀ, ਤੂੰ ਬਹੁਤ ਅੱਛਾ ਖੇਲਦਾ। ਮੈਂ ਕਿਹਾ ਇਹ ਮੈਨੂੰ ਤਾਂ ਆਪਣੇ ਆਪ ਨੂੰ ਨਹੀਂ ਪਤਾ ਸੀ ਮੈਂ ਅੱਛਾ ਖੇਲਦਾ। ਕਹਿੰਦੇ ਨਹੀਂ ਮੈਂ ਤੈਨੂੰ ਕਹਿ ਰਿਹਾ। ਕਹਿੰਦੇ ਤੂੰ ਟੇਬਲ 'ਚ ਕਿੰਨੇ ਪੈਸੇ ਕਮਾ ਲੈਂਦਾ ਹੁੰਦਾ ਸੀਜ਼ਨ ਦਾ? ਮੈਂ ਕਿਹਾ ਇਹ 60-70 ਹਜ਼ਾਰ ਰੁਪਈਆ ਬਸ। ਕਹਿੰਦਾ ਮੈਂ ਸੀਜ਼ਨ ਦਾ ਸਿਰਫ ਆਪਣੇ ਡਿਪਾਰਟਮੈਂਟ ਵੱਲੋਂ ਹੀ, ਉਦੋਂ ਦੀ ਗੱਲ ਹੈ 7-8 ਦੀ ਗੱਲ ਹੈ 2000, ਮੈਂ ਕਹਿੰਦੇ ਮੈਂ 8-9 ਲੱਖ ਰੁਪਇਆ ਕਮਾਉਂਦਾ ਵਾਂ ਇੱਕ ਸੀਜ਼ਨ ਦਾ 3-4 ਮਹੀਨੇ ਦਾ। ਇਹ ਜ਼ਿਆਦਾ ਜਾਂ ਉਹ ਜ਼ਿਆਦਾ? ਮੈਂ ਕਿਹਾ ਉਹ ਜ਼ਿਆਦਾ। ਮੈਂ ਕਿਹਾ ਤੁਸੀਂ ਵੀ ਟੇਬਲ ਖੇਡ ਮੇਰੇ ਤਾਂ ਕਹਿੰਦੇ ਸਰਗੋਦੇ 'ਚ ਹੋ ਰਿਹਾ ਹੈ ਤੇ ਮੈਂ ਕਿਸੇ ਦੇ ਕਹਿਣ 'ਤੇ ਆ ਗਿਆ ਮੈਚ ਖੇਲਣ। ਮੈਂ ਤਾਂ ਨਹੀਂ ਖੇਡਦਾ। ਕਹਿੰਦਾ ਮੈਂ ਜਦੋਂ ਪੀਕ 'ਤੇ ਸਾਂ ਨਾ ਉਦੋਂ ਤੂੰ ਮੈਨੂੰ ਦੇਖਦਾ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਮੈਨੂੰ ਕਿਹਾ। ਮੇਰੇ ਖਾਨੇ 'ਚ ਦਿਮਾਗ 'ਚ ਗੱਲ ਬੜੀ। ਮੈਂ ਕਿਹਾ ਯਾਰ ਕਿਉਂਕਿ ਮੈਂ ਟੇਬਲ ਖੇਡਦਾ ਸਾਂ, ਕੰਮ ਤੋਂ ਆ ਕੇ ਮੈਨੂੰ ਫਿਰ ਥੋੜ੍ਹੀ ਬਹੁਤ ਪ੍ਰੈਕਟਿਸ ਕਰ ਲੈਣੀ, ਮੇਰੇ ਟਾਈਮ ਮਿਲ ਜਾਂਦਾ ਸੀ। ਜਦੋਂ ਮੈਂ ਟੇਬਲ ਖੇਡਦਾ ਸੀ ਦੂਸਰੇ ਸ਼ਹਿਰ ਜਾਂਦਾ ਸੀ ਨਾ, ਮੇਰੇ ਕੋਲ 2 ਦਿਨ ਉੱਥੇ ਲੱਗ ਜਾਂਦੇ ਸੀ, ਮੇਰੇ ਕੋਲ ਉਹ ਵੀ ਨਹੀਂ ਸੀ ਪ੍ਰੈਕਟਿਸ ਹੁੰਦੀ। ਫਿਰ ਸੋਚਿਆ ਮੈਂ ਕਿਹਾ ਯਾਰ ਇੱਕ ਚੀਜ਼ ਪਾਉਣ ਲਈ ਮੈਂ ਕੰਮ ਛੱਡਿਆ ਅਤੇ ਮੈਂ ਫਿਰ ਦੂਜੀ ਚੀਜ਼ 'ਚ ਵੜ ਗਿਆ। ਮੈਂ ਉਹ ਟੇਬਲ ਵੀ ਛੱਡ ਦਿੱਤੀ। ਉਹਨੇ ਮੈਨੂੰ ਗੱਲ ਕਹੀ, ਐਸੀ ਗੱਲ ਕਹੀ, ਕਹਿੰਦਾ ਤੂੰ 4-5 ਮਹੀਨੇ ਲਾ ਕੇ ਤੇ ਦੇਖ। ਅੱਲਾ। ਮੈਂ ਬਿਲਕੁਲ ਛੱਡ ਦਿੱਤੀ। ਇੱਕ ਐਸਾ ਟਾਈਮ ਸੀ ਜੇਬ 'ਚ ਪੈਸੇ ਵੀ ਨਹੀਂ ਸੀ ਹੁੰਦਾ, ਮੈਂ ਫਿਰਦਾ ਹੁੰਦਾ ਸੀ ਪੈਦਲ ਹੀ, ਕਦੀ ਐਨ ਕਦੀ ਐਨ ਕਦੀ ਐਨ। ਫਿਰ ਮੈਂ ਇੱਕ ਨਾ ਮੈਚ ਖੇਡ ਰਿਹਾ ਸਾਂ ਫੈਸਲਾਬਾਦ ਕਲੱਬ ਵੀ ਇੱਕ ਟੌਪ ਦਾ ਕਲੱਬ ਹੈ, ਉਹਦੇ ਮੈਂ ਖਿਲਾਫ ਮੈਚ ਖੇਡ ਰਿਹਾ ਸੀ। ਉਹ ਉਦੋਂ ਸੀਜ਼ਨ ਦੇ ਨਾ 7 ਫਸਟ ਕਲਾਸ ਪਲੇਅਰ ਸੀ ਜਿਹੜੇ ਕਰੰਟ ਸੀਜ਼ਨ ਖੇਡਦੇ ਪਏ ਸੀ ਫੈਸਲਾਬਾਦ ਨਾ। 7 ਫਸਟ ਕਲਾਸ ਪਲੇਅਰ ਸੀ ਜਿਹੜੇ ਕਰੰਟ ਸੀਜ਼ਨ ਖੇਡਦੇ ਪਏ ਸੀ ਫੈਸਲਾਬਾਦ। ਉਹ ਇੱਕ ਹੀ ਕਲੱਬ 'ਚ ਖੇਡਦੇ ਸੀ। ਉਹਨਾਂ ਦੇ ਮੈਂ ਖਿਲਾਫ ਫਾਈਨਲ ਮੈਚ ਖੇਡ ਰਿਹਾ ਸੀ ਅਤੇ ਮੈਂ ਕੰਮ ਤੋਂ ਛੁੱਟੀ ਕਰਕੇ ਆਇਆ ਸੀ ਅਤੇ ਕਿਸੇ ਟਾਈਮ ਉੱਥੇ ਕੰਮ ਹੱਥ ਨਾਲ ਵੀ ਕਰਨਾ ਪੈ ਜਾਂਦਾ ਕਿਉਂਕਿ ਫਾਈਨਲ ਇੰਸਪੈਕਸ਼ਨ ਦਾ ਹੁੰਦਾ ਸੀ ਨਾ। ਮੇਰਾ ਕੁਆਲਿਟੀ ਇੰਸਪੈਕਟਰ ਸੀ ਅਤੇ ਉਹ ਚੀਜ਼ਾਂ ਕੁਛ ਐਸੀਆਂ ਸੀ ਆਪਣੇ ਹੱਥ ਨਾਲ ਵੀ ਚੈੱਕ ਕਰਨੀਆਂ ਪੈਂਦੀਆਂ ਸੀ। ਅਤੇ ਉਹ ਮੇਰੇ ਨਾ ਗਰੀਸ ਨਾਖੂਨਾਂ 'ਚ ਵੜੀ ਸੀ, ਲੋਹੇ ਦਾ ਕੰਮ ਸੀ। ਅਤੇ ਮੈਂ ਨਾ ਮੈਚ 'ਤੇ ਚਲੇ ਗਿਆ। ਉਹਨਾਂ ਨੇ 132 ਕੀਤਾ ਸੀਗਾ 20 ਓਵਰ 20 ਓਵਰ ਸੀ। ਤੁਸੀਂ ਹਿਸਾਬ ਲਾ ਲਓ ਕਿ ਮੈਂ ਅਤੇ ਸਲਮਾਨ ਭਾਈ ਓਪਨਰ ਗਏ ਹਾਂ ਅਤੇ 132 'ਚ ਸਲਮਾਨ ਭਾਈ ਦਾ 9 ਸਕੋਰ ਸੀ, ਬਾਕੀ ਮੇਰਾ ਹੀ ਸੀ ਅਤੇ ਅਸੀਂ 9-10 ਓਵਰਾਂ 'ਚ ਮੈਚ ਪੂਰਾ ਕਰ ਦਿੱਤਾ ਸੀ। ਅਤੇ ਸਲਮਾਨ ਭਾਈ ਦੇ ਅਤੇ ਜਾਦ ਭਾਈ ਦੇ ਅਲਫਾਜ਼ ਇਹ ਸੀ ਕਿ ਯਾਰ ਕ੍ਰਿਕਟ ਤਾਂ ਤੂੰ ਖੇਡਦਾ, ਸਾਨੂੰ ਤਾਂ ਖੇਡਣੀ ਨਹੀਂ ਆਉਂਦੀ। ਉਹ ਮੈਂ ਕਿਹਾ ਨਹੀਂ ਭਾਈ ਮੈਂ ਤਾਂ ਬਸ ਇੱਦਾਂ ਹੀ ਮੈਂ ਦੇ ਲੋ ਕੰਮ ਤੋਂ ਆਇਆ ਵਾਂ ਜੀ, ਆ ਮੇਰੇ ਹੱਥ ਵੀ ਗੰਦੇ ਆ ਜੀ। ਉਹ ਨਹੀਂ ਕਹਿੰਦੇ ਯਾਰ ਕ੍ਰਿਕਟ ਤੂੰ ਖੇਡਦਾ, ਅਸੀਂ ਤਾਂ ਬਸ ਇੱਦਾਂ ਹੀ ਆ ਯਾਰ। ਮੈਨੂੰ ਤਾਂ ਸ਼ਰਮ ਆਉਂਦੀ ਦੂਜੇ ਐਂਡ 'ਤੇ ਖੜਾ ਕੇ ਕ੍ਰਿਕਟ 'ਤੇ ਆ ਖੇਡਣ ਡਿਆ ਮੁੰਡਾ ਦਲੇਰੀ ਨਾਲ। ਮੈਂ ਕਿਹਾ ਯਾਰ ਮੈਨੂੰ ਇਹ ਨਹੀਂ ਮੈਨੂੰ ਦਲੇਰੀ ਕਿਹਨੂੰ ਕਹਿਣ ਡੇ। ਫੈਸਲਾਬਾਦ ਸੁਪਰ 8 ਸੀ ਅਤੇ ਆਜ਼ਾਦ ਭਾਈ ਨੇ ਨਾ ਕ੍ਰਿਕਟ ਜਦੋਂ ਰਿਟਾਇਰਮੈਂਟ ਲੈ ਲਈ ਨਾ ਅਤੇ ਕੋਚ ਬਣੇ ਫੈਸਲਾਬਾਦ ਦੇ। ਅਤੇ ਮਿਸਬਾ ਭਾਈ ਨੂੰ ਕਹਿੰਦੇ ਯਾਰ ਇਹਨੂੰ ਨਾ ਮੈਚ ਖਿਲਾ ਦੇ। ਮੈਂ ਆਪਣੀ ਕੰਨੀ ਗੱਲਾਂ ਸੁਣ ਰਿਹਾ ਸੀ। ਆਜ਼ਾਦ ਭਾਈ ਕਹਿੰਦੇ ਯਾਰ ਮਿਸਬਾ ਇਹਨੂੰ ਮੈਚ ਖਿਲਾ ਦੇ। ਮਿਸਬਾ ਭਾਈ ਦੇ ਅਲਫਾਜ਼ ਸੀ ਕਿ ਆਜ਼ਾਦ ਜੇ ਅਗਰ ਮੈਂ ਦੂਜੀ ਟੀਮ ਦਾ ਕਪਤਾਨ ਹੋਵਾਂ ਅਤੇ ਮੈਂ ਸਪਿਨਰ ਮੈਨੂੰ ਇੰਨੇ ਅੱਛੇ ਨਹੀਂ ਸੀ ਖੇਲਣੇ, ਮੈਂ ਫਾਸਟ ਬੋਲਰ ਅੱਛੇ ਖੇਲਦਾ ਸੀ ਪਹਿਲੇ। ਹੁਣ ਤਾਂ ਅਲਹਮਦੁਲਿਲਾ ਬਹੁਤ ਕਵਰ ਕਰ ਲਏ। ਤੁਸੀਂ ਦੇਖ ਲਿਆ ਨਾ ਪਾਕਿਸਤਾਨ ਕੱਪ 'ਚ, ਕਿਉਂਕਿ ਸਪਿਨ ਵਿਕਟਾਂ ਸੀ, ਸਾਰੇ ਸਪਿਨਰ ਖੇਲੇ। 200 ਕੀਤੇ, 150 ਕੀਤਾ। ਅਤੇ ਗੱਲ ਕਰਨ ਦਾ ਮਕਸਦ ਕਿ ਜਿਹੜੀ ਚੀਜ਼ ਕਮਜ਼ੋਰ ਸੀ ਉੱਤੇ ਮੈਂ ਵਰਕ ਕੀਤਾ। ਅਤੇ ਕਹਿੰਦੇ ਮੈਂ ਦੂਜੀ ਟੀਮ ਦਾ ਕਪਤਾਨ ਹਾਂ ਅਤੇ ਮੈਂ ਪਹਿਲਾ ਓਵਰ ਸਪਿਨਰ ਨੂੰ ਲਾ ਦਾਂਗਾ। ਆਜ਼ਾਦ ਭਾਈ ਕਹਿੰਦੇ ਯਾਰ ਮਿਸਬਾ ਇਹਨੂੰ ਮੈਚ ਖਿਲਾ ਦੇ, ਜੇ ਕੁਛ ਨਾ ਕਰੇਗਾ ਨਾ ਅਤੇ ਮੈਂ ਫੈਸਲਾਬਾਦ ਹੀ ਮੈਚ ਹੋ ਰਿਹਾ, ਇਹਨੂੰ ਮੈਂ ਮੈਚਾਂ 'ਤੇ ਨਹੀਂ ਬੁਲਾਵਾਂਗਾ, ਇਹਨੂੰ ਵਾਪਸ ਭੇਜ ਦਾਂਗਾ। ਅੱਛਾ ਚਲੋ ਠੀਕ ਹੈ ਤੇਰੇ ਕਹਿਣ 'ਤੇ। ਫਿਰ ਉਹਨਾਂ ਨੇ ਮੈਨੂੰ ਮੈਚ ਖਿਲਾਇਆ। ਅਲਹਮਦੁਲਿਲਾ ਡੈਬਿਊ ਮੈਚ 100 ਕੀਤਾ ਹੈ। ਯਕੀਨ ਕਰੋ ਕਿ ਉਦੋਂ ਦੇ ਮਿਸਬਾ ਭਾਈ ਮੈਨੂੰ ਲੈ ਕੇ ਚੱਲਦੇ ਪਏ ਨਾਲ। ਬਸ ਅੱਲਾ ਪਾਕ ਦੀ ਰਹਿਮਤ ਆ, ਉਹਨਾਂ ਦਾ ਬਹੁਤ ਸ਼ੁਕਰੀਆ ਵੀ ਹੈ।